ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਲਾਸ 9th ਦੇ ਲਈ ਸਤੰਬਰ ਐਗਜ਼ਾਮ ਦੇ ਵਿੱਚੋਂ ਫਸਟ ਐਗਜ਼ਾਮ ਸਾਇੰਸ ਦਾ ਜਿਹੜਾ ਤੁਹਾਡਾ 11 ਤਰੀਕ ਨੂੰ ਹੋਣ ਜਾ ਰਿਹਾ ਹੈ, ਉਹਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਆਨਸਰ ਇੰਗਲਿਸ਼ ਮੀਡੀਅਮ ਦੇ ਵਿੱਚ, ਪੰਜਾਬੀ ਦੇ ਵਿੱਚ ਮੈਂ ਪਹਿਲਾਂ ਹੀ ਜਿਹੜੀ ਵੀਡੀਓ ਅਪਲੋਡ ਕਰ ਚੁੱਕਿਆ। ਲਿੰਕ ਜਿਹੜਾ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਤੇ ਹੁਣ ਅਸੀਂ ਡਿਸਕਸ ਕਰਾਂਗੇ ਇੰਗਲਿਸ਼ ਮੀਡੀਅਮ ਦੇ ਵਿੱਚ ਇੰਪੋਰਟੈਂਟ ਕੁਐਸਚਨ ਆਨਸਰ। ਸੋ ਜਿਹਨਾਂ ਸਟੂਡੈਂਟ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਜਲਦੀ ਪਹੁੰਚ ਜਾਵੇ ਤੇ ਉਹ ਆਪਣੇ ਐਗਜ਼ਾਮ ਦੀ ਤਿਆਰੀ ਜਿਹੜੀ ਹੈ ਚੰਗੇ ਤਰੀਕੇ ਨਾਲ ਕਰ ਸਕਣ। ਸੈਂਪਲ ਪੇਪਰ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਕਿ ਆਪਣੇ ਚੈਨਲ ਦੇ ਉੱਤੇ ਕਲਾਸ 9th ਦੇ ਲਈ Google Meet ਦੇ ਉੱਪਰ ਹਰ ਰੋਜ਼ ਜਿਹੜੀ ਹੈ 9th ਕਲਾਸ ਦੀ 6:45 PM ਸ਼ਾਮ ਨੂੰ 7:45 ਤੱਕ 1 ਘੰਟੇ ਦੀ ਜਿਹੜੀ ਹੈ ਮੈਥ ਦੀ ਪੇਡ ਜਿਹੜੀ ਹੈ ਲਾਈਵ ਕਲਾਸ ਜਿਹੜੀ ਹੈ ਲਈ ਜਾ ਰਹੀ ਹੈ Google Meet ਦੇ ਉੱਪਰ। 1 ਸਤੰਬਰ ਤੋਂ ਕਲਾਸਿਸ ਜਿਹੜੀਆਂ ਹੈ ਸਟਾਰਟ ਹੋ ਚੁੱਕੀਆਂ ਤੇ ਇਸ ਸਤੰਬਰ ਪੂਰੇ ਮੰਥ ਦੇ ਵਿੱਚ ਜੇ ਕੋਈ ਸਟੂਡੈਂਟ ਸਾਡੇ ਨਾਲ ਜੁੜਦਾ ਹੈ ਦੈਨ ਅਸੀਂ ਕਲਾਸ 9th ਦੇ ਲਈ ਬਹੁਤ ਹੀ ਨਾਰਮਲ ਜਿਹੜੀ ਹੈ ਫੀਸ ਰੱਖੀ ਹੈ, ਉਹ 700 ਰੁਪਏ ਨੂੰ ਕੱਟ ਕੇ ਅਸੀਂ ਸਿਰਫ 349 ਜਿਹੜੀ ਹੈ ਰੁਪੀਸ ਜਿਹੜੀ ਹੈ ਫੀਸ ਰੱਖੀ ਆ, ਜਿਹਦੇ ਵਿੱਚ ਤੁਹਾਨੂੰ ਮੈਥ ਦੀ ਜਿਹੜੀ ਆ ਫੁੱਲ ਜਿਹੜੀ ਆ ਤਿਆਰੀ ਕਰਾਈ ਜਾਊਗੀ। ਔਰ ਇਹ ਜਿਹੜੀ ਫੀਸ ਹੈ ਲਾਸਟ ਜਿਹੜੀ ਹੈ ਫਾਈਨਲ ਐਗਜ਼ਾਮ ਤੱਕ ਤੁਹਾਡੀ ਫੀਸ ਜਿਹੜੀ ਹੈ ਇਹੀ ਰਹੂਗੀ ਕਿ ਜੋ ਸਟੂਡੈਂਟ ਇਸ ਸਤੰਬਰ ਮੰਥ ਦੇ ਵਿੱਚ ਸਾਡੇ ਨਾਲ ਜੁਆਇਨ ਹੋ ਜਾਣਗੇ। ਸੋ ਜਿਹੜੇ ਵੀ ਸਟੂਡੈਂਟ ਮੇਰੇ ਤੋਂ Google Meet ਦੇ ਜਿਹੜੇ ਕਲਾਸ ਲੈਣਾ ਚਾਹੁੰਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ WhatsApp ਦਾ, ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਐਂਡ ਆਪਣੀ ਫੀਸ ਜਿਹੜੀ ਹੈ ਡਿਪੋਜ਼ਿਟ ਕਰਾ ਕੇ ਤੁਸੀਂ ਕਲਾਸ ਦੇ ਵਿੱਚ ਜੁਆਇਨ ਹੋ ਸਕਦੇ ਹੋ। ਸਭ ਤੋਂ ਪਹਿਲਾਂ ਦੇਖਦੇ ਹਾਂ ਇੰਪੋਰਟੈਂਟ MCQ ਕਿਹੜੇ ਨੇ। ਫਸਟ ਆਪਣੇ ਕੋਲ the quantity of matter present in an object is called its right answer is mass. Next, name the method of obtaining salt from sea water. Evaporation. Next, what is a cell made up of? Lipids. Next, the force that binds the particles of matter together is known as? Right answer is intermolecular force. Next, mixture of sand and sulfur may best be separated by? Right answer is magnetic method. Next, when a balloon held between the hands is pressed, its shape changes. This happens because unbalanced force act on the balloon. Next, which one of the following will result in the formation of a mixture? Right answer is adding milk in water. Next, what are colored plastids known as? Leucoplast. Next, what is the quantity to be measured as the product to the enclosed area in the velocity time graph? Right answer is displacement. Next, how many types of motion are there? 3. Next, what is the hardest tissue in the human body? Enamel. Next, which is the example of the circular motion? Motion of hands of a clock. Next, select the one that is not a matter. Right answer is falling of port. Next, select the one that when used would be considered as best condition for liquefaction of a gas. Right answer is decreasing the pressure and increasing the temperature. Next, name the structural and fundamental unit of life. Right answer is cell. Next, which of the following is considered to be a pure substance? Right answer is sodium chloride. Next, which of the following is the function of vacuoles? Right answer is digestion. So ਇਹ ਸੀ ਸਾਡੇ ਕੋਲ ਇੰਪੋਰਟੈਂਟ ਕੁਐਸਚਨ ਆਨਸਰ MCQ। ਨੈਕਸਟ ਅਸੀਂ ਦੇਖਦੇ ਹਾਂ ਬੁੱਕ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਕੁਐਸਚਨ ਆਨਸਰ ਨੇ, ਜਿਹਦੇ ਵਿੱਚੋਂ ਤੁਹਾਨੂੰ 2 ਨੰਬਰ ਦੇ, 3 ਦੇ ਜਾਂ ਫਿਰ 5 ਦੇ ਜਿਹੜੇ ਕੁਐਸਚਨ ਆਨਸਰ ਜਿਹੜੇ ਤੁਹਾਡੇ ਕੋਲ ਆ ਸਕਦੇ ਨੇ। ਸੋ ਚਲੋ ਜੀ ਫਿਰ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸਾਇੰਸ ਫਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ। ਇਹਦੇ ਵਿੱਚ ਕੁਐਸਚਨ ਦੇਖੋ, ਜਿਸ ਤਰ੍ਹਾਂ ਮੈਂ ਸਾਰੇ ਇੱਥੋਂ ਚੱਕੇ ਹੋਏ ਨੇ, ਪਰ ਤੁਹਾਨੂੰ ਮੈਂ ਸਿਰਫ ਨਿਸ਼ਾਨੀਆਂ ਉਸੇ ਕੁਐਸਚਨ ਦੀ ਲਗਾਉਂਗਾ। ਜਿਹੜੇ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਮੈਂ ਤੁਹਾਨੂੰ ਡੀਪਲੀ ਸਮਝਾ ਵੀ ਦਊਂਗਾ। ਫਸਟ ਕੁਐਸਚਨ ਆਪਣੇ ਕੋਲ, which of the following are matter? ਹੇਠ ਲਿਖਿਆਂ ਵਿੱਚੋਂ ਕਿਹੜੇ ਜਿਹੜੇ ਨੇ ਪਦਾਰਥ ਹਨ? ਤਾਂ ਆਨਸਰ ਹੈ ਜੀ ਉਹਦੇ ਵਿੱਚ ਚੇਅਰ, 에ਅਰ, ਆਲਮੰਡਸ ਐਂਡ ਕੋਲਡ ਡਰਿੰਕ। ਇਹ ਸਾਰੇ ਕੀ ਨੇ? ਇੱਕ ਪਦਾਰਥ ਦੇ ਰੂਪ ਦੇ ਵਿੱਚ ਨੇ। ਨੈਕਸਟ ਇੰਪੋਰਟੈਂਟ ਕੁਐਸਚਨ ਹੈ ਕੁਐਸਚਨ ਨੰਬਰ 4, what are the characteristics of particles of matter? ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ? ਫਸਟ ਪੁਆਇੰਟ ਆਪਣੇ ਕੋਲ, particles of matter have space between them। ਕਹਿੰਦਾ ਪਦਾਰਥ ਦੇ ਕਣਾਂ ਦੇ ਵਿੱਚ ਖਾਲੀ ਥਾਂ ਹੁੰਦੀ ਹੈ। ਸੈਕਿੰਡ ਪੁਆਇੰਟ ਹੈ particles of matters are continuously moving। ਪਦਾਰਥ ਦੇ ਕਣ ਜਿਹੜੇ ਨਿਰੰਤਰ ਗਤੀਸ਼ੀਲ ਹੁੰਦੇ ਨੇ। ਥਰਡ ਪੁਆਇੰਟ ਹੈ particles of matter attract each other। ਪਦਾਰਥ ਦੇ ਕਣ ਜਿਹੜੇ ਨੇ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ, tabulate the difference in the characteristics of states of matter। ਕਹਿੰਦਾ ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਤੁਸੀਂ ਦੱਸਣਾ। ਫਸਟ ਹੈ ਜੀ ਆਪਣੇ ਕੋਲ ਸੋਲਿਡ ਸਟੇਟ। ਇਹਦੇ ਵਿੱਚ ਕੀ ਹੈ? ਇਟ ਹੈਜ਼ ਡੈਫੀਨੇਟ ਸ਼ੇਪ ਐਂਡ ਵੋਲੀਅਮ। ਕਹਿੰਦਾ ਜਿਹੜਾ ਠੋਸਾਂ ਦਾ ਆਕਾਰ ਹੈ ਤੇ ਜਿਹੜਾ ਇਹਦਾ ਵੋਲੀਅਮ ਹੈ ਉਹ ਨਿਸ਼ਚਿਤ ਹੁੰਦਾ, ਡੈਫੀਨੇਟ ਹੁੰਦਾ। ਤੇ ਲਿਕੁਇਡ ਸਟੇਟ ਦੇ ਵਿੱਚ ਕੀ ਹੁੰਦਾ? ਇਟ ਹੈਜ਼ ਨੋ ਡੈਫੀਨੇਟ ਸ਼ੇਪ। ਇਹਦੇ ਵਿੱਚ ਜਿਹੜਾ ਦਰਵਾਂ ਦਾ ਆਕਾਰ ਹੈ ਯਾਨੀ ਲਿਕੁਇਡ ਦਾ ਆਕਾਰ ਹੈ ਜਿਹੜਾ ਉਹ ਡੈਫੀਨੇਟ ਨਹੀਂ ਹੁੰਦਾ, ਨਿਸ਼ਚਿਤ ਨਹੀਂ ਹੁੰਦਾ। ਬਟ ਹੈਜ਼ ਡੈਫੀਨੇਟ ਵੋਲੀਅਮ। ਪਰ ਜਿਹੜਾ ਇਹਦਾ ਵੋਲੀਅਮ ਹੁੰਦਾ, ਆਇਤਨ ਹੁੰਦਾ, ਉਹ
ਨਿਸ਼ਚਿਤ ਹੁੰਦਾ ਹੈ। Liquids attain the shape of the vessel in which they are kept. Next ਆਪਣੇ ਕੋਲ gaseous state, ਕਹਿੰਦਾ it neither has a definite shape nor a definite volume। ਪਰ ਜਿਹੜਾ ਗੈਸਾਂ ਦਾ ਆਕਾਰ ਤੇ ਜਿਹੜਾ ਦਾ ਵੋਲੀਅਮ ਹੁੰਦਾ ਇਹ ਦੋਨੋਂ ਹੀ ਜਿਹੜੇ ਇਹਦੇ ਵਿੱਚ ਨਿਸ਼ਚਿਤ ਨਹੀਂ ਹੁੰਦੇ, ਡੈਫੀਨੇਟ ਨਹੀਂ ਹੁੰਦੇ। ਨੈਕਸਟ ਪੁਆਇੰਟ ਆਪਣੇ ਕੋਲ ਇਟ ਇਜ਼ ਇਨਕੰਪਰੈਸਿਬਲ। ਕਹਿੰਦਾ ਠੋਸ ਦੇ ਜਿਹੜੇ ਕਣ ਹੈ, ਕਹਿੰਦਾ ਠੋਸ ਹੁੰਦਾ, ਇਹਨੂੰ ਅਸੀਂ ਕੰਪਰੈਸ ਨਹੀਂ ਕਰ ਸਕਦੇ, ਇਹਨੂੰ ਅਸੀਂ ਦਬਾ ਨਹੀਂ ਸਕਦੇ ਸੋਲਿਡ ਨੂੰ। ਨੈਕਸਟ ਆਪਣੇ ਕੋਲ ਲਿਕੁਇਡ, ਇਟ ਇਜ਼ ਕੰਪਰੈਸਿਬਲ ਟੂ ਅ ਸਮਾਲ ਐਕਸਟੈਂਟ। ਕਹਿੰਦਾ ਜਿਹੜੇ ਲਿਕੁਇਡ ਹੁੰਦੇ ਆ ਇਹਨਾਂ ਨੂੰ ਅਸੀਂ ਹਲਕਾ ਜਿਹਾ ਜਿਹੜਾ ਮਤਲਬ ਕਿ ਸਮਾਲ ਐਕਸਟੈਂਟ ਮੀਨਸ ਵੀ ਹਲਕਾ ਜਿਹਾ ਜਿਹੜਾ ਇਹਨੂੰ ਆਪਾਂ ਦਬਾ ਸਕਦੇ ਹੁੰਦੇ ਆ। ਗੈਸੀ ਸਟੇਟ ਇਟ ਇਜ਼ ਹਾਈਲੀ ਕੰਪਰੈਸਿਬਲ। ਪਰ ਕਹਿੰਦਾ ਜਿਹੜਾ ਗੈਸਾਂ ਦਾ ਨਪੀੜਨ ਹੁੰਦਾ ਜਾਂ ਗੈਸਾਂ ਨੂੰ ਕੀ ਕਰਦੇ ਨੇ ਆਪਾਂ, ਸਭ ਤੋਂ ਵੱਧ ਜਿਹੜਾ ਇਹਦੇ ਵਿੱਚ ਹੁੰਦਾ ਹਾਈਲੀ ਕੰਪਰੈਸਿਬਲ, ਇਹਨੂੰ ਤੁਸੀਂ ਹਾਈਲੀ ਕੰਪਰੈਸਿਬਲ ਕਰ ਸਕਦੇ ਹੋ। ਨੈਕਸਟ the force of attraction between the particles of solid is highest। ਕਹਿੰਦਾ ਜਿਹੜਾ solid state ਆ ਇਹਦੇ ਵਿੱਚ ਕੀ ਹੁੰਦਾ, ਜਿਹੜੇ ਇਹਦੇ ਕਣ ਹੁੰਦੇ ਆ, ਪਾਰਟੀਕਲਸ ਹੁੰਦੇ ਆ, ਇਹਨਾਂ ਦੇ ਵਿੱਚ ਅਟਰੈਕਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ, ਹਾਈਐਸਟ ਹੁੰਦੀ ਆ। ਲਿਕੁਇਡ ਦੇ ਵਿੱਚ ਕੀ ਹੁੰਦਾ ਫਿਰ, the force of attraction between liquid particles is less। ਕਹਿੰਦਾ ਜਿਹੜੇ ਲਿਕੁਇਡ ਦੇ ਕਣ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀ ਅਟਰੈਕਸ਼ਨ ਹੁੰਦੀ ਆ ਇਹ ਬਹੁਤ ਘੱਟ ਹੁੰਦੀ ਆ, ਲੈਸ ਹੁੰਦੀ ਆ than solid particles but greater than gas particles। ਕਹਿੰਦਾ solid ਨਾਲੋਂ ਤਾਂ ਜ਼ਿਆਦਾ ਹੁੰਦੀ ਆ ਪਰ ਗੈਸ ਦੇ ਨਾਲੋਂ ਘੱਟ ਹੁੰਦੀ ਹੈ। then solid particles, ਕਹਿੰਦਾ solid particles ਨਾਲ ਤਾਂ ਘੱਟ ਹੁੰਦੀ ਹੈ ਪਰ greater than gas particles, ਪਰ ਗੈਸ ਦੇ ਕਣਾਂ ਦੇ ਨਾਲੋਂ ਵੱਧ ਹੁੰਦੀ ਹੈ, ਗ੍ਰੇਟਰ ਹੁੰਦੀ। ਨੈਕਸਟ ਆਪਣੇ ਕੋਲ ਫਿਰ ਗੈਸਿਸ ਵਾਲਾ ਪੁਆਇੰਟ ਦੇ ਵਿੱਚ ਕਹਿੰਦਾ the force of attraction between the gaseous particle is least। ਕਹਿੰਦਾ ਜਿਹੜੇ ਗੈਸਾਂ ਦੇ ਕਣ ਹੁੰਦੇ ਆ ਇਹਨਾਂ ਦੇ ਵਿੱਚ ਜਿਹੜੀ ਖਿੱਚ ਬਲ ਹੁੰਦੀ ਆ, ਅਟਰੈਕਸ਼ਨ ਹੁੰਦੀ ਆ, ਇਹ ਬਹੁਤ ਹੀ ਘੱਟ ਹੁੰਦੀ ਆ। ਨੈਕਸਟ ਪੁਆਇੰਟ, particles of solid cannot move freely। ਕਹਿੰਦਾ solid state ਦੇ ਜਿਹੜੇ ਕਣ ਹੁੰਦੇ ਆ ਇਹ ਮੂਵ ਨਹੀਂ ਕਰ ਸਕਦੇ, ਫ੍ਰੀਲੀ ਤੌਰ ਤੇ ਜਿਹੜੇ ਮੂਵ ਨਹੀਂ ਕਰ ਸਕਦੇ ਆਸਾਨੀ ਦੇ ਨਾਲ। ਲਿਕੁਇਡ ਦੇ ਵਿੱਚ ਕੀ ਹੁੰਦਾ, ਲਿਕੁਇਡ ਪਾਰਟੀਕਲਸ ਮੂਵ ਫ੍ਰੀਲੀ, ਜਿਹੜੇ ਲਿਕੁਇਡ ਹੁੰਦੇ ਆ ਇਹ ਮਤਲਬ ਕਿ ਚੰਗੀ ਤਰ੍ਹਾਂ ਆਸਾਨੀ ਦੇ ਨਾਲ ਮੂਵ ਕਰ ਸਕਦੇ ਆ। ਗੈਸਿਸ ਪਾਰਟੀਕਲਸ ਆਰ ਇਨ ਅ ਕੰਟੀਨਿਊਸ ਐਂਡ ਰੈਂਡਮ ਮੋਸ਼ਨ। ਪਰ ਜਿਹੜੇ ਗੈਸਿਸ ਵਾਲੇ ਹੁੰਦੇ ਆ ਇਹ ਇੱਕ ਕੰਟੀਨਿਊਸ ਤੇ ਰੈਂਡਮ ਮੋਸ਼ਨ ਦੇ ਵਿੱਚ ਮੂਵ ਕਰ ਸਕਦੇ ਹੁੰਦੇ ਆ। ਨੈਕਸਟ ਆਪਣੇ ਕੋਲ 9th ਇੰਪੋਰਟੈਂਟ ਕੁਐਸਚਨ, ਕਨਵਰਟ ਦਾ ਫੋਲੋਇੰਗ ਟੈਂਪਰੇਚਰ ਟੂ ਸੈਲਸੀਅਸ ਸਕੇਲ। ਜਦੋਂ ਵੀ ਆਪਾਂ ਨੂੰ ਦੱਸਿਆ ਹੁੰਦਾ ਤਾਂ ਇਹ ਸੈਲਸੀਅਸ ਸਕੇਲ ਦੇ ਵਿੱਚ ਚੇਂਜ ਕਰਨਾ ਹੈ ਤਾਂ ਤੁਸੀਂ ਕੀ ਕਰਨਾ, ਇਹਦੇ ਚੋਂ 273 ਜਿਹੜਾ ਮਾਈਨਸ ਕਰ ਦੇਣਾ, ਆਨਸਰ ਤੁਹਾਡੇ ਕੋਲ ਆ ਜਾਊਗਾ ਸੈਲਸੀਅਸ ਦੇ ਵਿੱਚ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ 14 ਨੰਬਰ ਤੇ, ਹਾਊ ਡਜ਼ ਵਾਟਰ ਕੈਪਟ ਇਨ ਐਨ ਅਰਥਨ ਪੋਟ ਯਾਨੀ ਮਟਕਾ ਬਿਕਮ ਕੂਲ ਡਿਊਰਿੰਗ ਸਮਰਸ। ਕਹਿੰਦਾ ਗਰਮੀਆਂ ਦੇ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਹੈ। ਆਨਸਰ ਹੈ ਜੀ ਇਹਦੇ ਵਿੱਚ ਐਨ ਅਰਥਨ ਪੋਟ ਕੰਸਿਸਟ ਆਫ ਮੈਨੀ ਟੀਨੀ ਪੋਰਸ। ਕਹਿੰਦਾ ਜਿਹੜਾ ਘੜੇ ਦਾ ਪਾਣੀ ਹੁੰਦਾ, ਮਟਕਾ ਹੁੰਦਾ, ਉਹਦੇ ਵਿੱਚ ਬਹੁਤ ਛੋਟੇ ਛੋਟੇ ਜਿਹੜੇ ਨੇ ਛੇਕ ਕੀਤੇ ਹੁੰਦੇ ਨੇ, through which the liquid inside the pot evaporates। ਜਿਹਦੇ ਵਿੱਚ ਜਿਹੜਾ ਹੈਗਾ ਵਾਸ਼ਪੀਕਰਨ ਹੁੰਦਾ ਰਹਿੰਦਾ। as we know that evaporation causes cooling, ਜਿਸ ਕਰਕੇ ਜਿਹੜਾ ਉਹ ਠੰਡਾ ਰੱਖਦਾ ਹੈ। due to high rate of evaporation the water inside the pot become cool during summer। ਕਹਿੰਦਾ ਇਸ ਕਰਕੇ ਜਿਹੜਾ ਗਰਮੀਆਂ ਦੇ ਵਿੱਚ ਘੜੇ ਦੇ ਛੇਕਾਂ ਵਿੱਚੋਂ ਵਾਸ਼ਪੀਕਰਨ ਵੱਧ ਹੋਣ ਦੇ ਕਰਕੇ ਜਿਹੜਾ ਘੜੇ ਦਾ ਪਾਣੀ ਆ ਉਹ ਠੰਡਾ ਰਹਿੰਦਾ ਹੈ। ਨੈਕਸਟ ਇੰਪੋਰਟੈਂਟ ਕੁਐਸਚਨ, ਕੁਐਸਚਨ ਨੰਬਰ 17, what type of clothes should we wear in summers। ਕਹਿੰਦਾ ਗਰਮੀਆਂ ਦੇ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਆਨਸਰ ਹੈ ਜੀ ਆਪਣੇ ਕੋਲ in summer we should wear cotton clothes। ਕਹਿੰਦਾ ਗਰਮੀਆਂ ਦੇ ਵਿੱਚ ਸਾਨੂੰ ਕੋਟਨ ਦੇ ਕੱਪੜੇ ਪਾਣੇ ਚਾਹੀਦੇ ਆ, because cotton clothes can absorb more sweat from our body। ਕਹਿੰਦਾ ਕਿਉਂਕਿ ਸੂਤੀ ਕੱਪੜੇ ਹੁੰਦੇ ਆ, ਜਿਹੜੇ ਕੋਟਨ ਦੇ ਕੱਪੜੇ ਹੁੰਦੇ ਆ, ਇਹ ਸਾਡਾ ਪਸੀਨਾ ਜਿਹੜਾ ਸਵੀਟ ਮੈਨੀ ਪਸੀਨਾ, ਇਹ ਸਾਡਾ ਪਸੀਨਾ ਜਿਹੜਾ ਆਸਾਨੀ ਦੇ ਨਾਲ ਸੋਖ ਲੈਂਦੇ ਆ ਸਾਡੇ ਬੋਡੀ ਤੋਂ। ਐਂਡ ਐਕਸਪੋਜ਼ਸ ਦਾ ਲਿਕੁਇਡ ਟੂ ਦਾ ਐਟਮੋਸਫੇਅਰ, ਇਹਨੂੰ ਸੋਖ ਕੇ ਜਿਹੜਾ ਹੈਗਾ ਉਹ ਵਾਸ਼ਪੀਕਰਤ ਕਰਦੇ ਰਹਿੰਦੇ ਆ। ਮੇਕਿੰਗ ਐਵੈਪੋਰੇਸ਼ਨ ਫਾਸਟਰ, ਯਾਨੀ ਫਾਸਟਰ ਜਿਹੜੀ ਆ ਦੀ ਵਾਸ਼ਪਿਤ ਕਰਦੇ ਨੇ ਇਸ ਨੂੰ। ਡਿਊਰਿੰਗ ਦਿਸ ਇਵੈਪੋਰੇਸ਼ਨ, ਕਹਿੰਦਾ ਇਸ ਇਵੈਪੋਰੇਸ਼ਨ ਦੇ ਕਾਰਨ, ਵਾਸ਼ਪਿਤ ਹੋਣ ਦੇ ਕਾਰਨ, ਪਾਰਟੀਕਲਸ ਔਨ ਦਾ ਸਰਫੇਸ ਆਫ ਦਾ ਲਿਕੁਇਡ ਗੇਨ એનર્ਜੀ ਫਰੋਮ ਆਵਰ ਬੋਡੀ ਸਰਫੇਸ ਮੇਕਿੰਗ ਦਾ ਬੋਡੀ ਕੂਲ। ਕਹਿੰਦਾ ਜਿਸ ਕਰਕੇ ਫਿਰ ਸਾਡੇ ਇਹ ਸਰੀਰ ਨੂੰ ਜਿਹੜਾ ਉਹ ਠੰਡਾ ਰੱਖਦੇ ਆ। ਕੈਲਵਿਨ ਨੂੰ ਸੈਲਸੀਅਸ ਦੇ ਬਦਲੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਵੀ ਮਤਲਬ ਕਿ 273 ਤੁਸੀਂ ਮਾਈਨਸ ਕਰ ਦੇਣਾ ਤੇ ਸੈਲਸੀਅਸ ਨੂੰ ਅਸੀਂ ਕੈਲਵਿਨ ਦੇ ਵਿੱਚ ਬਦਲਣਾ ਤਾਂ ਤੁਸੀਂ ਕੀ ਕਰਨਾ ਹੁੰਦਾ 273 ਜਿਹੜਾ ਇਹਦੇ ਵਿੱਚ ਪਲੱਸ ਕਰ ਦੇਣਾ, ਫਿਰ ਤੁਹਾਡੇ ਕੋਲ ਆਨਸਰ ਆ ਜਾਊਗਾ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ, arrange the following substance in increasing order of forces of attraction between particles, water, sugar, oxygen। ਐਂਡ ਤੁਸੀਂ ਸੀਰੀਅਸ ਵਾਈਜ਼ ਲਗਾਉਣਾ, ਪਹਿਲਾਂ ਕੀ ਆਊਗਾ ਆਪਣੇ ਕੋਲ ਆਕਸੀਜਨ, ਫਿਰ ਵਾਟਰ, ਫਿਰ ਸ਼ੂਗਰ। ਨੈਕਸਟ ਚੈਪਟਰ ਹੈ ਸਾਡੇ ਕੋਲ ਇਜ਼ ਮੈਟਰ ਅਰਾਊਂਡ ਅਸ ਪਿਓਰ। ਇਹਦੇ ਵਿੱਚ ਫਰਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ, ਹਾਊ ਆਰ ਕੋਲਾਇਡ ਸੋਲੂਸ਼ਨ ਐਂਡ ਸਸਪੈਂਸ਼ਨ ਡਿਫਰੈਂਟ ਫਰੋਮ ਈਚ ਅਦਰ। ਫਸਟ ਆਪਣੇ ਕੋਲ ਸੋਲ, ਕਹਿੰਦਾ ਸੋਲ ਇਜ਼ ਅ heterogeneous mixture in which the
solute particles size is between solution and suspension। ਕਹਿੰਦਾ soul is a heterogeneous mixture। ਕਹਿੰਦਾ ਸੋਲ ਜਿਹੜਾ ਹੈਗਾ ਇੱਕ ਵਿਭਿੰਨ ਮਿਸ਼ਰਣ ਹੈ। ਇਨ ਵਿਚ ਦਾ ਸੋਲਿਡ ਪਾਰਟੀਕਲਸ ਸਾਈਜ਼ ਇਜ਼ ਬਿਟਵੀਨ ਸੋਲੂਸ਼ਨ ਐਂਡ ਸਸਪੈਂਸ਼ਨ। ਕਹਿੰਦਾ ਇਹਦੇ ਵਿੱਚ ਜਿਹੜੇ ਘੁਲਣ ਵਾਲੇ ਕਣ ਦਾ ਜਿਹੜਾ ਆਕਾਰ ਹੁੰਦਾ ਹੈ, ਪਾਰਟੀਕਲਸ ਦਾ ਜਿਹੜਾ ਸਾਈਜ਼ ਹੁੰਦਾ ਹੈ, ਇਹ ਸੋਲੂਸ਼ਨ ਅਤੇ ਸਸਪੈਂਸ਼ਨ ਦੇ ਬਿਟਵੀਨ ਹੁੰਦਾ ਹੈ, ਵਿਚਕਾਰ ਹੁੰਦਾ ਹੈ। ਐਂਡ ਕੈਨ ਨੋਟ ਬੀ ਸੀਨ ਵਿਦ ਨੇਕਡ ਆਈਜ਼, ਤੇ ਇਸ ਨੂੰ ਨੰਗੀ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। they seem to be spread uniformly throughout the mixture। ਕਹਿੰਦਾ ਉਹ ਸਾਰੇ ਜਿਹੜੇ ਮਿਸ਼ਰਣ ਹੁੰਦੇ ਆ ਇੱਕਸਾਰ ਜਿਹੜੇ ਨੇ ਫੈਲੇ ਹੋਏ ਜਾਪਦੇ ਨੇ। they show Tyndall effect। ਕਹਿੰਦਾ ਉਹ ਟਿੰਡਲ ਪ੍ਰਭਾਵ ਦੇ ਅਧੀਨ ਹੁੰਦੇ ਨੇ। for example milk of magnesia mud। ਕਹਿੰਦਾ ਜਿਵੇਂ ਮੈਗਨੀਸ਼ੀਅਮ ਦਾ ਦੁੱਧ ਤੇ ਚਿੱਕੜ। ਨੈਕਸਟ ਆਪਣੇ ਕੋਲ ਸੋਲੂਸ਼ਨ। ਕਹਿੰਦਾ ਸੋਲੂਸ਼ਨ ਇਜ਼ ਅ ਹੋਮੋਜੀਨੀਅਸ ਮਿਕਸਚਰ। ਕਹਿੰਦਾ ਜਿਹੜਾ ਘੋਲ ਹੁੰਦਾ ਹੈ, ਸੋਲੂਸ਼ਨ ਹੁੰਦਾ ਹੈ, ਇੱਕ ਸਮਰੂਪ ਮਿਸ਼ਰਣ ਹੈ। in which solute particles size is smallest and spread uniformly throughout the mixture। ਕਹਿੰਦਾ ਜਿਹਦੇ ਵਿੱਚ ਘੁਲਣ ਵਾਲੇ ਜਿਹੜੇ ਪਾਰਟੀਕਲਸ ਹੁੰਦੇ ਆ ਉਹਨਾਂ ਦਾ ਜਿਹੜਾ ਸਾਈਜ਼ ਹੁੰਦਾ ਉਹ ਸਭ ਤੋਂ ਛੋਟਾ ਯਾਨੀ ਸਮਾਲੈਸਟ ਤੇ ਸਪਰੈਡ ਯੂਨੀਫਾਰਮਲੀ ਤੇ ਫੈਲਿਆ ਹੋਇਆ ਹੁੰਦਾ ਮਿਕਸਚਰ ਦੇ ਵਿੱਚ। ਸੋਲੂਸ਼ਨ ਡੂ ਨਾਟ ਸ਼ੋ ਟਿੰਡਲ ਇਫੈਕਟ। ਕਹਿੰਦਾ ਸੋਲੂਸ਼ਨ ਦੇ ਵਿੱਚ ਟਿੰਡਲ ਇਫੈਕਟ ਨਹੀਂ ਸ਼ੋ ਹੁੰਦਾ। ਫੋਰ ਐਗਜ਼ਾਮਪਲ ਸਾਲਟ ਇਨ ਵਾਟਰ। ਕਹਿੰਦਾ ਜਿਵੇਂ ਪਾਣੀ ਦੇ ਵਿੱਚ ਨਮਕ, ਸ਼ੂਗਰ ਇਨ ਵਾਟਰ ਪਾਣੀ ਦੇ ਵਿੱਚ ਚੀਨੀ, ਆਇਓਡੀਨ ਇਨ ਵਾਟਰ। ਨੈਕਸਟ ਆਪਣੇ ਕੋਲ ਸਸਪੈਂਸ਼ਨ। ਕਹਿੰਦਾ ਸਸਪੈਂਸ਼ਨ ਇਜ਼ ਅ ਹੀਟਰੋਜੀਨੀਅਸ ਮਿਕਸਚਰ। ਇਹ ਵੀ ਜਿਹੜਾ ਇੱਕ ਹੀਟਰੋਜੀਨੀਅਸ ਯਾਨੀ ਇਹਨੂੰ ਪੰਜਾਬੀ 'ਚ ਵਿਭਿੰਨ ਮਿਸ਼ਰਣ ਕਹਿ ਦਿੰਦੇ ਨੇ। in which solute particles size is more than 1000 nm। nm means ਕੀ ਹੈ? ਨੈਨੋਮੀਟਰ। and are spread throughout a liquid without dissolving in it। ਕਹਿੰਦਾ ਇਹ ਜਿਹੜੇ ਘੁਲਣ ਵਾਲੇ ਜਿਹੜੇ ਪਾਰਟੀਕਲਸ ਹੁੰਦੇ ਆ, ਕਣ ਹੁੰਦੇ ਆ, ਉਹਨਾਂ ਦਾ ਜਿਹੜਾ ਸਾਈਜ਼ ਹੁੰਦਾ ਉਹ 1000 ਨੈਨੋਮੀਟਰ ਤੋਂ ਜ਼ਿਆਦਾ ਹੁੰਦਾ and spread throughout a liquid without dissolving in it। ਕਹਿੰਦਾ ਇਹਦੇ ਵਿੱਚ ਘੁਲਣ ਤੋਂ ਬਿਨਾ ਇੱਕ ਤਰਲ ਦੇ ਵਿੱਚ ਫੈਲਿਆ ਹੁੰਦਾ ਯਾਨੀ ਲਿਕੁਇਡ ਫਾਰਮ ਦੇ ਵਿੱਚ ਇਹ ਫੈਲਿਆ ਹੁੰਦਾ। ਫੋਰ ਐਗਜ਼ਾਮਪਲ ਚਾਕ ਐਂਡ ਵਾਟਰ। ਕਹਿੰਦਾ ਜਿਵੇਂ ਚਾਕ ਅਤੇ ਪਾਣੀ, ਮੱਡੀ ਵਾਟਰ ਚਿੱਕੜ ਵਾਲਾ ਪਾਣੀ, ਸੈਂਡ ਐਂਡ ਵਾਟਰ ਰੇਤ ਅਤੇ ਪਾਣੀ, ਫਲੋਰ ਐਂਡ ਵਾਟਰ ਆਟਾ ਅਤੇ ਪਾਣੀ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਟੂ ਮੇਕ ਸੈਚੂਰੇਟਡ ਸੋਲੂਸ਼ਨ 36 ਗ੍ਰਾਮ ਆਫ ਸੋਡੀਅਮ ਕਲੋਰਾਈਡ ਇਜ਼ ਡਿਸੋਲਵਡ ਇਨ 100 ਗ੍ਰਾਮ ਆਫ ਵਾਟਰ ਐਟ 293 ਕੈਲਵਿਨ। ਕਹਿੰਦਾ ਇੱਕ ਸੰਤ੍ਰਿਪਤ ਘੋਲ ਬਣਾਉਣ ਦੇ ਲਈ 36 ਗ੍ਰਾਮ ਜਿਹੜਾ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਦੇ ਵਿੱਚ 293 ਕੈਲਵਿਨ ਤੇ ਘੋਲਿਆ ਜਾਂਦਾ ਹੈ। find its concentration at this temperature। ਕਹਿੰਦਾ ਇਸ ਤਾਪਮਾਨ ਤੇ ਇਸ ਦੀ ਸੰਘਣ ਦਾ ਪਤਾ ਕਰੋ। ਪਹਿਲਾਂ ਅਸੀਂ ਲਿਖ ਦਾਂਗੇ ਇੱਥੇ ਮਾਸ ਆਫ ਸੋਲਿਊਟ 36 ਗ੍ਰਾਮ ਗਿਵਨ ਹੈ। ਮਾਸ ਆਫ ਸੋਲਵੈਂਟ ਸਾਨੂੰ ਦਿੱਤਾ ਹੋਇਆ 100 ਗ੍ਰਾਮ। ਮਾਸ ਆਫ ਸੋਲੂਸ਼ਨ ਦਾ ਫਾਰਮੂਲਾ ਲੱਗ ਜਾਊਗਾ ਮਾਸ ਆਫ ਸੋਲਿਊਟ ਪਲੱਸ ਮਾਸ ਆਫ ਸੋਲਵੈਂਟ। ਇਹਨੂੰ ਪਲੱਸ ਕਰ ਦੇਣਾ ਤਾਂ ਆਨਸਰ ਆ ਗਿਆ ਆਪਣੇ ਕੋਲ 136 ਗ੍ਰਾਮ। ਨੈਕਸਟ ਜਿਹੜਾ ਮਾਸ ਆਫ ਸੋਲਿਊਟ ਅਪੋਨ ਮਾਸ ਆਫ ਸੋਲਵੈਂਟ ਕਰਕੇ ਮਲਟੀਪਲਾਈ 100 ਨਾਲ ਕਰ ਦੇਣਾ ਇਹਨੂੰ। ਆਨਸਰ ਆ ਜਾਊਗਾ ਸਾਡੇ ਕੋਲ 26.4%। ਨੈਕਸਟ ਜਿਹੜਾ ਤੁਹਾਨੂੰ ਕੁਐਸਚਨ ਨੰਬਰ ਇੰਪੋਰਟੈਂਟ ਹੈ 9 ਕਲਾਸੀਫਾਈ ਦਾ ਫੋਲੋਇੰਗ ਐਸ ਕੈਮੀਕਲ ਔਰ ਫਿਜ਼ੀਕਲ। ਇਹ ਤੁਸੀਂ ਇੱਕ ਵਾਰੀ ਬਸ ਨਿਗਾਹ ਜੀ ਮਾਰ ਜਿਓ। ਦੇ ਵਿੱਚ ਵੀ ਕਟਿੰਗ ਆਫ ਟਰੀ ਕੀ ਹੁੰਦੇ ਆ, ਫਿਜ਼ੀਕਲ ਚੇਂਜ ਹੁੰਦੇ ਆ, ਮੈਲਟਿੰਗ ਆਫ ਬਟਰ ਇਨ ਪੈਨ ਕੀ ਹੁੰਦਾ, ਫਿਜ਼ੀਕਲ ਚੇਂਜ ਹੁੰਦਾ, ਰਸਟਿੰਗ ਆਫ ਅਲਮੀਰਾ ਕੀ ਹੁੰਦਾ, ਕੈਮੀਕਲ ਚੇਂਜ ਹੁੰਦਾ। ਇਹਨੂੰ ਤੁਸੀਂ ਇੱਕ ਵਾਰੀ ਨਿਗਾਹ ਜੀ ਮਾਰ ਜਿਓ, ਕਈ ਵਾਰੀ ਛੋਟਿਆਂ ਦੇ ਵਿੱਚ ਆ ਜਾਂਦਾ ਇਹ। ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣੇ ਕੋਲ ਰੱਖ ਸਕਦੇ ਹੋ। ਨੈਕਸਟ ਜਿਹੜਾ ਆਪਣੇ ਕੋਲ ਕੁਐਸਚਨ ਨੰਬਰ 10 ਇੰਪੋਰਟੈਂਟ ਹੈ ਕਲਾਸੀਫਾਈ ਦਾ ਫੋਲੋਇੰਗ ਇਨਟੂ ਐਲੀਮੈਂਟਸ, ਕੰਪਾਊਂਡਸ ਐਂਡ ਮਿਕਸਚਰ। ਇਹਦੇ ਵਿੱਚ ਤੁਸੀਂ ਕਲਾਸੀਫਾਈ ਕਰਨਾ ਐਲੀਮੈਂਟ ਕਿਹੜੇ ਆ, ਕੰਪਾਊਂਡ ਕਿਹੜੇ ਆ, ਮਿਕਸਚਰ ਕਿਹੜੇ ਆ। ਐਲੀਮੈਂਟ ਹੈਗੇ ਆਪਣੇ ਕੋਲ ਸੋਡੀਅਮ, ਸਿਲਵਰ, ਟਿਨ, ਸਿਲੀਕਨ। ਨੈਕਸਟ ਆਪਣੇ ਕੋਲ ਕੰਪਾਊਂਡ ਹੈਗੇ ਆਪਣੇ ਕੋਲ ਕੈਲਸ਼ੀਅਮ ਕਾਰਬੋਨੇਟ, ਮੀਥੇਨ ਤੇ ਕਾਰਬਨ ਡਾਈਆਕਸਾਈਡ। ਮਿਕਸਚਰ ਚ ਆ ਜਾਂਦੇ ਆਪਣੇ ਕੋਲ ਸੋਇਲ, ਕੋਲ, 에ਅਰ, ਸੋਪ, ਬਲੱਡ, ਸ਼ੂਗਰ, ਸੋਲੂਸ਼ਨ। ਨੈਕਸਟ ਇੰਪੋਰਟੈਂਟ ਆਪਣੇ ਕੋਲ ਰਾਈਟ ਡਿਫਰੈਂਸ ਬਿਟਵੀਨ ਮਿਕਸਚਰ ਐਂਡ ਕੰਪਾਊਂਡਸ। ਮਿਕਸਚਰ ਤੇ ਕੰਪਾਊਂਡ ਦੇ ਵਿੱਚ ਕੋਈ ਡਿਫਰੈਂਸ ਦੱਸਣਾ। ਫਸਟ ਪੁਆਇੰਟ ਹੈ ਮਿਕਸਚਰ ਦੇ ਵਿੱਚ elements or compounds are simply mixed so no new substance is formed। ਕਹਿੰਦੇ ਦੋ ਜਾਂ ਦੋ ਤੋਂ ਵੱਧ ਤੱਤ ਜਾਂ ਯੌਗਿਕ ਕੇਵਲ ਮਿਸ਼ਰਣ ਬਣਾਉਣ ਦੇ ਲਈ ਮਿਲਦੇ ਹਨ ਪਰ ਕਿਸੇ ਨਵੇਂ ਯੌਗਿਕ ਦਾ ਨਿਰਮਾਣ ਨਹੀਂ ਕਰਦੇ। ਕਹਿੰਦਾ ਐਲੀਮੈਂਟਸ ਔਰ ਕੰਪਾਊਂਡਸ ਆਰ ਸਿੰਪਲੀ ਮਿਕਸਡ। ਕਹਿੰਦੇ ਐਲੀਮੈਂਟਸ ਜਾਂ ਜਿਹੜੇ ਕੰਪਾਊਂਡ ਹੁੰਦੇ ਆ ਸਿੰਪਲੀ ਮਿਕਸਡ ਹੋ ਜਾਂਦੇ ਆ। ਸੋ ਨੋ ਨਿਊ ਸਬਸਟੈਂਸ ਇਜ਼ ਫਾਰਮਡ। ਸੋ ਇਸ ਕਰਕੇ ਨਵਾਂ ਕੋਈ ਵੀ ਜਿਹੜਾ ਸਬਸਟੈਂਸ ਆ ਫਾਰਮ ਦੇ ਵਿੱਚ ਨਹੀਂ ਆਉਂਦਾ। ਪਰ ਕੰਪਾਊਂਡ ਦੇ ਵਿੱਚ ਕੀ ਹੁੰਦਾ ਹੈ, ਸਬਸਟੈਂਸ ਆਰ ਰਿਐਕਟਡ ਟੁਗੇਦਰ। ਕਹਿੰਦੇ ਸਬਸਟੈਂਸ ਜਿਹੜੇ ਹੁੰਦੇ ਆ ਉਹ ਇਕੱਠੇ ਜਿਹੜੇ ਆ ਰਿਐਕਟ ਕਰਦੇ ਆ ਵਿਦ ਈਚ ਅਦਰ, ਇੱਕ ਦੂਜੇ ਦੇ ਨਾਲ, ਟੂ ਮੇਕ ਅ ਨਿਊ ਸਬਸਟੈਂਸ, ਤੇ ਜਿਸ ਦੇ ਨਾਲ ਇੱਕ ਨਵਾਂ ਜਿਹੜਾ ਯੌਗਿਕ ਦਾ ਨਿਰਮਾਣ ਜਿਹੜਾ ਹੋ ਜਾਂਦਾ। ਨੈਕਸਟ ਪੁਆਇੰਟ ਹੈ ਐਲੀਮੈਂਟਸ ਡੂ ਨਾਟ ਕੰਬਾਈਨ ਇਨ ਅ ਫਿਕਸਡ ਰੇਸ਼ੋ। ਕਹਿੰਦਾ ਇਹਨਾਂ ਦੀ ਜਿਹੜੀ ਰੇਸ਼ੋ ਜਿਹੜੀ ਹੈ ਇਹ ਫਿਕਸਡ ਰੇਸ਼ੋ ਦੇ ਵਿੱਚ ਜਿਹੜੇ ਕੰਬਾਈਨ ਨਹੀਂ ਹੁੰਦੇ। ਕੰਪਾਊਂਡ ਦੇ ਵਿੱਚ ਕੀ ਹੁੰਦਾ ਹੈ, ਕੰਪੋਜੀਸ਼ਨ ਆਫ ਦਾ ਕੰਪਾਊਂਡ ਇਜ਼ ਫਿਕਸਡ
ਇਹਦੇ ਵਿੱਚ ਜਿਹੜੀ ਰੇਸ਼ੋ ਇਹਨਾਂ ਦੀ ਆ ਫਿਕਸਡ ਹੁੰਦੀ ਹੈ। एग्जाम्पल दे कंबाइन टुगेदर इन अ फिक्स्ड रेशो अकॉर्डिंग टू देयर मासेस। नेक्स्ट अपने को मिक्सचर दे विच मिक्सचर शोज द ऑफ इट्स कंपोनेंट्स। कंपाउंड दे विच आ जांदा कंपाउंड डज नॉट शो द प्रॉपर्टीज ऑफ कंपोनेंट एलिमेंट। नेक्स्ट पॉइंट कंपोनेंट्स कैन बी इजीली सेपरेटेड बाय एनी मैकेनिकल मैथड विच इज सुटेबल। कहना कंपोनेंट जेडे हुंदे आ इजीली जेडे सेपरेटेड हो जांदे आ किसी भी मैकेनिकल मैथड दे नाल। नेक्स्ट कंपाउंड दे विच की हुंदा कंपोनेंट्स कांट बी सेपरेटेड फ्रॉम ईच अदर। ਇਹਦੇ ਵਿੱਚ ਸੈਪਰੇਟਡ ਨਹੀਂ ਹੁੰਦੇ ਬਾय ਸਿੰਪਲ ਮਕੈਨੀਕਲ ਮੈਥਡ, ਕਿਸੇ ਵੀ ਸਿੰਪਲ ਮਕੈਨੀਕਲ ਮੈਥਡ ਦੇ ਨਾਲ। ਨੈਕਸਟ 5th ਪੁਆਇੰਟ ਐਗਜ਼ਾਮਪਲ ਦੇ ਤੌਰ ਤੇ ਮਿਕਸਚਰ ਆਫ ਆਇਰਨ ਐਂਡ ਸਲਫਰ। ਤੇ ਕੰਪਾਊਂਡ ਦੇ ਵਿੱਚ ਐਗਜ਼ਾਮਪਲ ਹੈਗੀ ਆ ਆਇਰਨ ਐਂਡ ਸਲਫਰ ਰਿਐਕਟ ਟੂ ਫਾਰਮ ਆਇਰਨ ਸਲਫਾਈਡ। ਨੈਕਸਟ ਚੈਪਟਰ ਆਪਣੇ ਕੋਲ ਦਾ ਫੰਡਾਮੈਂਟਲ ਯੂਨਿਟ ਆਫ ਲਾਈਫ। ਫਸਟ ਕੁਐਸਚਨ ਹੈ ਇਹਦੇ ਵਿੱਚ ਹੂ ਡਿਸਕਵਰਡ ਸੈਲਸ ਐਂਡ ਹਾਊ। कहना सैल की जिहड़ी खोज किसने की एंड हाउ किवें कीती। कहना सैल वाज डिस्कवर्ड बाय रॉबर्ट हुक इन 1665। सैल की जिहड़ी खोज आ वो रॉबर्ट हुक ने की 1665 दे विच। He used self-designed microscope to observe cells in a cork slice। कहना उसने अपने द्वारा बनाए सूक्ष्मदर्शी राही दरख्त की छिल तो प्राप्त कारक विच छोटे छोटे डब्बे नुमा खाने वेखे जिन्हां नूं सैल जां कोशिका कहा जाता है। नैक्सट क्वेश्चन इंपोर्टेंट है अपने को 4th नंबर ते। वाई द प्लाज्मा मैम्ब्रेन इज कॉल्ड अ सिलेक्टिवली परमेबल मैम्ब्रेन। कहते प्लाज्मा झिल्ली नूं चुनण योग मुसानदार परत क्यों कहते हैं। बिकॉज प्लाज्मा मैम्ब्रेन अलाउज ओनली सम सिलेक्टेड सबसटेंसेस टू मूव इन एंड आउट ऑफ द सैल। कहते क्योंकि प्लाज्मा झिल्ली सिर्फ कुछ कुछ पदार्थों ही सैल के अंदर जा बाहर जान देती है एंड प्रिवेंट द अदर सबसटेंस ते दूजे जिहड़े सबसटेंस ने उन्होंने प्रिवेंट करती है, रोकती है। नेक्स्ट अपने को क्वेश्चन नंबर 6। इफ द ऑर्गेनाइजेशन ऑफ अ सेल इज डिस्ट्रॉयड ड्यू टू सम फिजिकल और केमिकल इन्फ्लुएंस व्हाट विल हैपन। कहते जेकर किसी सैल का संगठन किसी भौतिक या रसायनिक प्रभाव के कारण नष्ट हो जाता है तो की होगा। तो कहते की होगा सम ऑफ द इंपोर्टेंट फंक्शन ऑफ द सैल विल स्टॉप। कहना तो सैल अपने जिहड़े इंपोर्टेंट फंक्शन ने वो जिहड़ा काम करने बंद कर दूगा एंड इट मे रिजल्ट इन द डेथ ऑफ सैल। ते इस दे रिजल्ट दे विच की हो सकदा है डेथ भी हो सकती है सैल दी। नेक्स्ट इंपोर्टेंट है अपने कोल प्लांट सैल एंड एनिमल सैल दे विच डिफरेंस। प्लांट सैल की हुंदा है फर्स्ट पॉइंट है इहदे विच इट्स शेप इज रेक्टेंगल। प्लांट सैल दी शेप जिहड़ी रेक्टेंगल हुंदी है। एनिमल सैल दे विच जिहड़ी शेप है ओवल हुंदी है यानी अंडाकार हुंदी है। सेकंड पॉइंट वैक्यूलर इज लार्ज इन साइज। कहंदा ਇਹਦੇ ਵਿੱਚ ਜਿਹੜੀ ਰਾਜਧਾਨੀ ਆ ਉਹ ਵੱਡੀ ਹੁੰਦੀ ਹੈ ਤੇ ਐਨੀਮਲ ਸੈਲ ਦੇ ਵਿੱਚ ਕੀ ਹੁੰਦਾ ਹੈ ਵੈਕੂਲਸ ਆਰ ਸਮਾਲ। ਇਹਦੇ ਵਿੱਚ ਰਾਜਧਾਨੀ ਛੋਟੀ ਹੁੰਦੀ ਹੈ। ਨੈਕਸਟ ਪੁਆਇੰਟ ਸੈੱਲ ਵਾਲ ਇਜ਼ ਪ੍ਰੈਜ਼ੈਂਟ। ਇਹਦੇ ਵਿੱਚ ਜਿਹੜੀ ਸੈੱਲ ਵਾਲ ਦੀ ਜਿਹੜੀ ਕੰਧ ਜਿਹੜੀ ਹੁੰਦੀ ਆ ਉਹ ਪ੍ਰੈਜ਼ੈਂਟ ਹੁੰਦੀ ਹੈ ਤੇ ਐਨੀਮਲ ਸੈਲ ਦੇ ਵਿੱਚ ਐਬਸੈਂਟ ਹੁੰਦੀ ਹੈ। ਪਲਾਂਟ ਸੈਲ ਦੇ ਵਿੱਚ ਜਿਹੜਾ ਕਲੋਰੋਪਲਾਸਟ ਇਜ਼ ਪ੍ਰੈਜ਼ੈਂਟ ਹੁੰਦਾ ਹੈ, एनिमल सैल दे विच एबसेंट हुंदा है। प्लांट सैल दे विच जिहड़ा सेंट्रीसोम, प्लांट सैल दे विच सेंट्रीसोम इज एबसेंट हुंदा एंड एनिमल सैल दे विच प्रेजेंट हुंदे ने। नेक्स्ट इंपोर्टेंट क्वेश्चन अपने कोल हाउ इज प्रोकैरियोटिक सैल डिफरेंट फ्रॉम ए यूकैरियोटिक सैल। प्रोकैरियोटिक सैल की हुंदा फर्स्ट पॉइंट अपने दे कोल मोस्ट प्रोकैरियोटिक आर यूनिसैलुलर। कहंदा ज्यादातर जिहड़े प्रोकैरियोटिक सैल हुंदे ने ओह यूनिसैलुलर हुंदे ने ते यूकैरियोटिक सैल जिहड़े हुंदे ने ओह आर मल्टीसैलुलर हुंदे आ। नेक्स्ट पॉइंट न्यूक्लियस इज एबसेंट हुंदा है किहदे विच प्रोकैरियोटिक सैल दे विच ते यूकैरियोटिक दे विच प्रेजेंट हुंदा है। नेक्स्ट पॉइंट प्रोकैरियोटिक सैल दे विच न्यूक्लियर मैम्ब्रेन जिहड़े हुंदे आ ओह एबसेंस हुंदे ने ते यूकैरियोटिक दे विच न्यूक्लियर मैम्ब्रेन जिहड़े हुंदे आ ओह प्रेजेंट हुंदे ने। नेक्स्ट फोर्थ पॉइंट प्रोकैरियोटिक सैल दे विच इन्हां दी जिहड़ी साइज हुंदा है ओह छोटा हुंदा ते यूकैरियोटिक दा जिहड़ा साइज आ ओह वड्डा हुंदा। प्रोकैरियोटिक सैल दे विच सिंगल क्रोमोसोम हुंदा ते यूकैरियोटिक दे विच मोर दैन 1 क्रोमोसोम हुंदा है, एक नालों ज्यादा हुंदे ने। नेक्स्ट इंपोर्टेंट क्वेश्चन अपने कोल हाउ डज एन अमीबा ऑब्टेन इट्स फूड। कहंदा अमीबा अपना भोजन किवें प्राप्त करदा है। अमीबा ऑब्टेन इट्स फूड थ्रू द फॉल्स फीट कॉल्ड साइडोपोडिया। कहंदा अमीबा अपना भोजन जिहड़ा हैगा आभासी पैरां दी मदद दे नाल प्राप्त करदा है। Whenever food particle come in the contact of amoeba, कहना then is flexible membrane protrudes and engulfs the food। ਤਾਂ ਕਹਿੰਦਾ ਜਿਹੜੀ ਦੀ ਲਚਕਦਾਰ ਝਿੱਲੀ ਹੁੰਦੀ ਹੈ ਬਾਹਰ ਨਿਕਲ ਕੇ ਭੋਜਨ ਨੂੰ ਘੇਰ ਲੈਂਦੀ ਹੈ। This food is then broken down into the food vacuole। ਕਹਿੰਦਾ ਫਿਰ ਇਹ ਵੈਕੂਅਲ ਕਹਿੰਦਾ ਫਿਰ ਜਿਹੜਾ ਭੋਜਨ ਹੁੰਦਾ ਵਾਲਾ ਇਹ ਵੈਕੂਅਲ ਦੇ ਵਿੱਚ ਟੁੱਟ ਜਾਂਦਾ ਹੈ। Which contains digestive enzymes, ਜਿਸ ਦੇ ਵਿੱਚ ਜਿਹੜਾ ਪਾਚਨ ਐਂਜ਼ਾਈਮਸ ਹੁੰਦੇ ਨੇ
this process is known as endocytosis। ਕਹਿੰਦਾ ਇਸ ਪ੍ਰਕਿਰਿਆ ਨੂੰ endocytosis ਕਿਹਾ ਜਾਂਦਾ ਹੈ। ਨੈਕਸਟ ਆਪਣੇ ਕੋਲ ਚੈਪਟਰ ਮੋਸ਼ਨ ਵਾਲਾ, ਇਹਦੇ ਵਿੱਚ ਜਿਹੜੇ ਇੰਪੋਰਟੈਂਟ ਕੁਐਸਚਨ ਆਪਣੇ ਕੋਲ an object has moved through a distance। ਕਹਿੰਦਾ ਇੱਕ ਵਸਤੂ ਦੁਆਰਾ ਕੁਝ ਤੈਅ ਕੀਤੀ ਗਈ ਦੂਰੀ can it have zero displacement। ਕੀ ਜਿਹੜਾ ਇਸ ਦਾ ਵਿਸਥਾਪਨ ਹੈ ਸਿਫਰ ਹੋ ਸਕਦਾ ਹੈ, ਜ਼ੀਰੋ ਹੋ ਸਕਦਾ ਹੈ। if yes support your answer with an example। ਕਹਿੰਦਾ ਜੇ ਹਾਂ ਤਾਂ ਫਿਰ ਤੁਸੀਂ ਐਗਜ਼ਾਮਪਲ ਦੇ ਨਾਲ ਦੱਸੋ। ਆਨਸਰ ਆਪਣੇ ਕੋਲ yes an object moving through a distance can have zero displacement। ਕਹਿੰਦਾ ਹਾਂ ਵਸਤੂ ਦੁਆਰਾ ਦੂਰੀ ਤੈਅ ਕਰਕੇ ਵੀ ਵਿਸਥਾਪਨ ਜਿਹੜਾ ਸਿਫਰ ਹੋ ਸਕਦਾ ਹੈ। this happens when final position of the object coincides with its initial position। ਕਹਿੰਦਾ ਇਹ ਉਦੋਂ ਹੁੰਦਾ ਹੈ ਜਦੋਂ ਆਰੰਭਿਕ ਅਤੇ ਅੰਤਮ ਬਿੰਦੂ ਇੱਕੋ ਹੋਵੇ। ਐਗਜ਼ਾਮਪਲ if an object travels from point A। ਕਹਿੰਦਾ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕੋਈ ਆਬਜੈਕਟ ਜਿਹੜਾ ਟਰੈਵਲ ਕਰਦਾ ਹੈ ਪੁਆਇੰਟ A ਤੋਂ and reaches to the same point A ਤੇ ਦੁਬਾਰਾ ਫਿਰ ਜਿਹੜਾ ਸੇਮ ਪੁਆਇੰਟ ਤੇ ਪਹੁੰਚ ਜਾਂਦਾ ਹੈ then its displacement is zero। ਤਾਂ ਫਿਰ ਕਹਿੰਦਾ ਜਿਹੜੀ ਇਹਦੀ displacement ਹੁੰਦੀ ਹੈ ਕੀ ਹੁੰਦੀ ਹੈ, zero ਹੁੰਦੀ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ distinguish between speed and velocity। ਕਹਿੰਦਾ speed ਤੇ velocity ਦੇ ਵਿੱਚ ਤੁਸੀਂ ਡਿਫਰੈਂਟ ਦੱਸਣਾ ਹੈ। ਫਸਟ ਪੁਆਇੰਟ ਹੈ speed ਦੇ ਵਿੱਚ ਆਪਣੇ ਕੋਲ time rate of traveling the distance is known as speed। ਕਹਿੰਦਾ ਦੂਰੀ ਤੈਅ ਕਰਨ ਦੀ ਦਰ ਨੂੰ ਸਪੀਡ ਕਹਿੰਦੇ ਨੇ। ਟਾਈਮ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਵਿਸਥਾਪਨ ਬਦਲਣ ਦੀ ਦਰ ਨੂੰ ਵੈਲੋਸਿਟੀ ਕਹਿੰਦੇ ਨੇ, ਵੇਗ ਕਹਿੰਦੇ ਨੇ। ਨੈਕਸਟ ਜਿਹੜਾ ਹੈਗਾ ਸਪੀਡ ਦਾ ਫਾਰਮੂਲਾ ਡਿਸਟੈਂਸ ਅਪੋਨ ਟਾਈਮ, ਵੈਲੋਸਿਟੀ ਦਾ ਡਿਸਪਲੇਸਮੈਂਟ ਅਪੋਨ ਟਾਈਮ। ਨੈਕਸਟ ਪੁਆਇੰਟ ਸਪੀਡ ਦੇ ਵਿੱਚ ਇਟ ਇਜ਼ ਅ ਸਕੇਲਰ ਕੁਆਂਟੀਟੀ, ਵੈਲੋਸਿਟੀ ਦੇ ਵਿੱਚ ਇਟ ਇਜ਼ ਅ ਵੈਕਟਰ ਕੁਆਂਟੀਟੀ। ਸਪੀਡ ਦੇ ਵਿੱਚ ਇਟ ਕੈਨ ਨਾਟ ਬੀ ਜ਼ੀਰੋ ਫॉर ਅ ਮੂਵਿੰਗ ਆਬਜੈਕਟ। ਕਹਿੰਦਾ ਕਿਸੇ ਗਤੀ ਕਰ ਰਹੀ ਵਸਤੂ ਦੀ ਚਾਲ ਜਿਹੜੀ ਹੈ ਕਦੇ ਜ਼ੀਰੋ ਨਹੀਂ ਹੋ ਸਕਦੀ। ਵੈਲੋਸਿਟੀ ਦੇ ਵਿੱਚ ਇਟ ਕੈਨ ਵੀ 0 ਹੋ ਸਕਦੀ ਹੈ। ਨੈਕਸਟ ਇਟ ਕੈਨ ਨਾਟ ਹੈਵ ਨੈਗੇਟਿਵ ਵੈਲਿਊ। ਕਹਿੰਦਾ ਇਹਦੇ ਵਿੱਚ ਸਪੀਡ ਦੇ ਵਿੱਚ ਕੋਈ ਵੀ ਜਿਹੜੀ ਨੈਗੇਟਿਵ ਵੈਲਿਊ ਨਹੀਂ ਹੁੰਦੀ। ਕਹਿੰਦਾ ਸਪੀਡ ਦੇ ਵਿੱਚ ਕੋਈ ਵੀ ਜਿਹੜੀ ਨੈਗੇਟਿਵ ਵੈਲਿਊ ਨਹੀਂ ਹੋ ਸਕਦੀ। ਵੈਲੋਸਿਟੀ ਦੇ ਵਿੱਚ ਕੀ ਹੁੰਦਾ, ਇਟ ਮੇ ਹੈਵ ਨੈਗੇਟਿਵ ਵੈਲਿਊ। ਕਹਿੰਦਾ ਇਹਦੇ ਵਿੱਚ ਹੋ ਸਕਦੀ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਆਪਣੇ ਕੋਲ ਰੇਸਿੰਗ ਕਾਰ ਹੈਜ਼ ਅ ਯੂਨੀਫਾਰਮ ਐਕਸਲਰੇਸ਼ਨ ਆਫ 4 ਮੀਟਰ per second square, what distance will it cover in 10 second after start। ਕਹਿੰਦਾ ਕਿ ਰੇਸਿੰਗ ਕਾਰ ਦਾ ਜਿਹੜਾ ਸਮਾਨ ਜਿਹੜੀ ਹੈ ਪ੍ਰਵੇਗ ਜਿਹੜਾ 4 ਮੀਟਰ ਪਰ ਸੈਕਿੰਡ ਸਕੁਅਰ ਹੈ ਤੇ ਗਤੀ ਸ਼ੁਰੂ ਕਰਨ ਦੇ 3 ਸੈਕਿੰਡ ਤੋਂ ਬਾਅਦ ਜਿਹੜਾ ਉਸ ਦਾ ਵੇਗ ਹੈ ਜਾਂ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੋਊਗਾ। ਐਸਲਰੇਸ਼ਨ a ਮੰਨ ਕੇ ਅਸੀਂ ਲਿਖ ਲੈਣਾ ਤੇ 4 ਮੀਟਰ ਪਰ ਸੈਕਿੰਡ ਸਕੁਅਰ। ਇਨੀਸ਼ੀਅਲ ਸਪੀਡ ਜਿਹੜੀ ਹੈ u ਯਾਨੀ 0। ਡਿਸਟੈਂਸ ਕਵਰਡ ਅਸੀਂ ਫਾਈਂਡ ਆਊਟ ਕਰਨਾ ਹੈ। We know that S ਦਾ ਜਿਹੜਾ ਫਾਰਮੂਲਾ ਹੈ ut plus 1/2 at square। ਇਸ ਫਾਰਮੂਲੇ ਦੇ ਵਿੱਚ ਅਸੀਂ ਪੁੱਟ ਕਰ ਦੇਣਾ। ਪੁੱਟ ਕਰਕੇ ਸਾਡੇ ਕੋਲ ਵੈਲਿਊ ਆ ਜਾਊਗੀ 200 ਮੀਟਰ। ਨੈਕਸਟ ਚੈਪਟਰ ਆਪਣੇ ਕੋਲ ਫੋਰਸ ਐਂਡ ਲਾਸ ਆਫ ਮੋਸ਼ਨ। ਇਹਦੇ ਜਿਹੜਾ ਇੰਪੋਰਟੈਂਟ ਕੁਐਸਚਨ ਆਪਣੇ ਕੋਲ explain why some of the leaves may get detached from a tree if we vigorously shake its branch। ਕਹਿੰਦਾ ਕਿਸੇ ਰੁੱਖ ਦੀਆਂ ਟਾਹਣੀਆਂ ਨੂੰ ਤੇਜ਼ੀ ਨਾਲ ਹਿਲਾਉਣ ਨਾਲ ਕੁਝ ਪੱਤੀਆਂ ਜਿਹੜੀਆਂ ਝੜ ਜਾਂਦੀਆਂ, ਕਿਉਂ? ਕਹਿੰਦਾ due to the inertia of rest the leaves tend to remain in its position। ਕਹਿੰਦਾ ਰੈਸਟ ਦੀ ਜਿਹੜੀ ਅਵਸਥਾ ਦੇ ਵਿੱਚ ਹੋਣ ਕਾਰਨ ਪੱਤੀਆਂ ਜਿਹੜੀਆਂ ਹੈਗੀਆਂ, ਲੀਵ ਜਿਹੜੀਆਂ ਹੈਗੀਆਂ ਇਹ ਕੋਸ਼ਿਸ਼ ਕਰਦੀਆਂ ਮਤਲਬ ਕਿ ਉਸੇ ਪੋਜੀਸ਼ਨ ਦੇ ਵਿੱਚ ਰਹਿਣ ਦੀਆਂ and hence detached from the tree to fall down। ਪਰ ਕਹਿੰਦਾ ਟਾਹਣੀਆਂ ਹਿਲਾਉਣ ਤੇ ਗਤੀ ਵਿੱਚ ਆ ਜਾਂਦੀਆਂ ਤੇ ਫਿਰ ਇਸ ਤਰ੍ਹਾਂ ਪੱਤੀਆਂ ਜਿਹੜੀਆਂ ਇਹ ਵੱਖ ਹੋ ਜਾਂਦੀਆਂ। ਨੈਕਸਟ ਇੰਪੋਰਟੈਂਟ why do you fall in the forward direction when a moving bus breaks to a stop। ਕਹਿੰਦਾ ਜਦੋਂ ਕੋਈ ਗਤੀਮਾਨ ਬੱਸ ਅਚਾਨਕ ਰੁਕ ਜਾਂਦੀ ਹੈ ਤਾਂ ਤੁਸੀਂ ਅੱਗੇ ਵੱਲ ਨੂੰ ਡਿੱਗਦੇ ਹੋ। and fall backwards when it accelerates from rest। ਅਤੇ ਜਦੋਂ ਵਿਵਰਾਮ ਅਵਸਥਾ ਤੋਂ ਪ੍ਰਵੇਗਿਤ ਹੁੰਦੀ ਹੈ ਤਾਂ ਤੁਸੀਂ ਪਿੱਛੇ ਵੱਲ ਨੂੰ ਆਉਂਦੇ ਹੋ, ਕਿਉਂ? ਆਨਸਰ ਹੈ ਜੀ ਇਹਦਾ ਆਪਣਾ ਕੋਲ। ਕਹਿੰਦਾ when a moving bus breaks to a stop। ਕਹਿੰਦਾ ਜਦੋਂ ਕੋਈ ਵੀ ਬੱਸ ਜਿਹੜੀ ਬ੍ਰੇਕ ਲਗਾਉਂਦੀ ਹੈ we fall in the forward direction। ਅਸੀਂ ਅੱਗੇ ਵੱਲ ਨੂੰ ਡਿੱਗਦੇ ਹਾਂ because the lower part of our body comes to a stop when the bus stops। ਕਹਿੰਦਾ ਜਿਹੜੀ lower part of body ਹੁੰਦੀ ਆ ਸਾਡੀ ਉਹ ਮਤਲਬ ਕਿ ਸਟਾਪ ਕਰਨ ਦੀ ਆਪਾਂ ਨੂੰ ਕੋਸ਼ਿਸ਼ ਕਰਦੀ ਆ when the bus stop, ਜਦੋਂ ਮਤਲਬ ਕਿ ਬੱਸ ਰੁਕਦੀ ਹੈ। but the upper part of the body continues be in motion। ਤਾਂ ਕਹਿੰਦਾ ਜਿਹੜਾ ਉੱਪਰਲਾ ਪਾਰਟ ਹੁੰਦਾ ਬੋਡੀ ਦਾ ਉਹ ਮੋਸ਼ਨ ਦੇ ਵਿੱਚ ਹੁੰਦਾ in the forward direction ਦੇ ਵਿੱਚ ਹੁੰਦਾ due to its inertia thus making us fall in the forward direction। ਜਿਸ ਕਰਕੇ ਅਸੀਂ ਜਿਹੜਾ ਅੱਗੇ ਵੱਲ ਨੂੰ ਡਿੱਗਣ ਦੀ, ਜਿਸ ਕਰਕੇ ਸਾਡੀ ਬੋਡੀ ਜਿਹੜੀ ਹੈ ਅੱਗੇ ਵੱਲ ਨੂੰ ਡਿੱਗਦੀ ਹੈ। when a bus accelerator from rest, ਕਹਿੰਦਾ ਜਦੋਂ ਬੱਸ ਐਸੀਲੇਟਰ ਜਿਹੜਾ ਰੈਸਟ ਦੀ ਫਾਰਮ 'ਚ ਹੁੰਦਾ we fall backward, ਅਸੀਂ ਪਿੱਛੇ ਵੱਲ ਨੂੰ ਜਾਂਦੇ ਆ because though the lower part of our body starts moving with the bus। ਕਹਿੰਦਾ ਜਿਹੜਾ lower part of body ਹੁੰਦਾ ਮਤਲਬ ਕਿ ਉਹ ਬੱਸ ਦੇ ਉਹਦੇ ਨਾਲ ਮੂਵਿੰਗ ਕਰ ਰਿਹਾ ਹੁੰਦਾ
ਬਟ ਦਾ ਅਪਰ ਪਾਰਟ ਆਫ ਦਾ ਬੋਡੀ ਟਰਾਈਜ਼ ਟੂ ਰਿਮੇਨ। ਫਿਰ ਕਹਿੰਦਾ ਜਿਹੜਾ ਉੱਪਰਲਾ ਪਾਰਟ ਜਿਹੜਾ ਬੋਡੀ ਦਾ ਹੁੰਦਾ ਉਹ ਟਰਾਈ ਕਰਦਾ ਰੈਸਟ ਫਾਰਮ ਦੇ ਵਿੱਚ ਉਸ ਨੂੰ ਰੱਖਣ ਦੀ, ਡਿਊ ਟੂ ਇਟਸ ਇਨਰਸ਼ੀਆ, thus making us fall in the backward direction। ਜਿਸ ਕਰਕੇ ਫਿਰ ਅਸੀਂ ਪਿਛਲੀ ਡਾਇਰੈਕਸ਼ਨ ਦੇ ਵਿੱਚ ਗਿਰਨ ਦਾ ਸਾਨੂੰ ਜਿਹੜਾ ਡਰ ਹੁੰਦਾ ਅਸੀਂ ਗਿਰ ਸਕਦੇ ਹਾਂ। ਨੈਕਸਟ ਇੰਪੋਰਟੈਂਟ ਆਪਣੇ ਕੋਲ ਸਟੇਟ ਨਿਊਟਨ ਫਸਟ ਲਾ ਆਫ ਮੋਸ਼ਨ। ਨਿਊਟਨ ਦਾ ਪਹਿਲੇ ਲਾ ਦਾ ਤੁਸੀਂ ਦੱਸਣਾ। ਕਹਿੰਦਾ ਨਿਊਟਨ ਫਸਟ ਲਾ ਸਟੇਟਸ ਡੈਟ ਐਨ ਆਬਜੈਕਟ ਵਿਲ ਰਿਮੇਨ ਐਟ ਰੈਸਟ ਔਰ ਇਨ ਯੂਨੀਫਾਰਮ ਮੋਸ਼ਨ in a straight line unless acted upon by an external force। ਕਹਿੰਦਾ ਨਿਊਟਨ ਦੇ ਪਹਿਲੇ ਗਤੀ ਨਿਯਮ ਅਨੁਸਾਰ ਕਿਸੇ ਵਸਤੂ ਦੀ ਵਿਰਾਮ ਅਵਸਥਾ, ਗਤੀ ਦੀ ਅਵਸਥਾ ਬਿਨਾਂ ਕਿਸੇ ਬਾਹਰੀ ਬਲ ਤੋਂ ਆਪਣੇ ਆਪ ਨਹੀਂ ਬਦਲ ਸਕਦੀ। ਕਹਿੰਦਾ ਸਟੇਟ ਨਿਊਟਨ ਸੈਕਿੰਡ ਲਾ ਚ ਕੀ ਕਿਹਾ ਉਹਨੇ ਫਿਰ, the second law states that acceleration of an object, ਕਹਿੰਦਾ ਕਿਸੇ ਵਸਤੂ ਦੇ ਜਿਹੜਾ acceleration ਹੈ is depended upon two variable, ਇਹ ਦੋ ਵੇਰੀਏਬਲ ਤੇ ਡਿਪੈਂਡ ਕਰਦੀ ਹੈ। the net force acting upon the object, ਜਿਹੜਾ ਮਤਲਬ ਕਿਸੇ ਆਬਜੈਕਟ ਤੇ ਜਿਹੜੀ ਅਸਲ ਫੋਰਸ ਲੱਗ ਰਹੀ ਹੋਵੇ, and the mass of the object, and ਆਬਜੈਕਟ ਦੇ ਮਾਸ ਦੇ ਉੱਪਰ, ਔਰ time rate of change of momentum is directly proportional to external force। next ਜਿਹੜਾ ਹੈਗਾ ਆਪਣੇ ਕੋਲ ਥਰਡ ਦਾ, for every action there is an equal and opposite reaction। ਕਹਿੰਦਾ ਨਿਊਟਨ ਦੇ ਤੀਜੇ ਗਤੀ ਨਿਯਮ ਅਨੁਸਾਰ ਹਰ ਕਿਰਿਆ ਬਲ ਦੇ ਬਰਾਬਰ ਅਤੇ ਉਲਟ ਇੱਕ ਪ੍ਰਤੀਕਿਰਿਆ ਬਲ ਹੁੰਦਾ ਹੈ। ਨੈਕਸਟ ਇੰਪੋਰਟੈਂਟ ਚੈਪਟਰ ਆਪਣੇ ਕੋਲ ਟਿਸ਼ੂ ਵਾਲਾ। ਫਸਟ ਕੁਐਸਚਨ ਹੈ ਇੰਪੋਰਟੈਂਟ ਆਪਣੇ ਕੋਲ, what is the tissue? A group of cells that are similar in structure or function grouped together to form a tissue। ਕਹਿੰਦਾ ਇੱਕੋ ਜਿਹੀ ਸੰਰਚਨਾ ਤੇ ਕਾਰਜ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਨੇ। ਨੈਕਸਟ ਇੰਪੋਰਟੈਂਟ ਨੇਮ ਟਾਈਪਸ ਆਫ ਸਿੰਪਲ ਟਿਸ਼ੂ। ਫਸਟ ਆਪਣੇ ਕੋਲ ਪੇਰਨਕਾਈਮਾ, ਸੈਕਿੰਡ ਆਪਣੇ ਕੋਲ ਕੋਲਨਕਾਈਮਾ, ਥਰਡ ਆਪਣੇ ਕੋਲ ਸਕੈਲਰਨਕਾਈਮਾ। ਨੈਕਸਟ ਇੰਪੋਰਟੈਂਟ ਆਪਣੇ ਕੋਲ ਹਾਊ ਆਰ ਸਿੰਪਲ ਟਿਸ਼ੂ ਡਿਫਰੈਂਟ ਫਰੋਮ ਕੰਪਲੈਕਸ ਟਿਸ਼ੂ ਇਨ ਪਲਾਂਟਸ। ਸਿੰਪਲ ਟਿਸ਼ੂ ਦੇ ਵਿੱਚ ਆ ਜਾਊਗਾ ਆਪਣੇ ਕੋਲ ਫਸਟ ਪੁਆਇੰਟ ਹੈ ਸਿੰਪਲ ਟਿਸ਼ੂ ਕੰਸਿਸਟ ਆਫ ਓਨਲੀ ਵਨ ਟਾਈਪ ਆਫ ਸੈੱਲ। ਕਹਿੰਦਾ ਸਰਲ ਟਿਸ਼ੂ ਸਿਰਫ ਇੱਕ ਕਿਸਮ ਦੇ ਸੈੱਲਾਂ ਤੋਂ ਮਿਲ ਕੇ ਬਣਦਾ ਹੈ। ਕੰਪਲੈਕਸ ਦੇ ਵਿੱਚ ਕੀ ਹੁੰਦਾ ਹੈ, ਥੀਸ ਟਿਸ਼ੂ ਆਰ ਮੇਡ ਅਪ ਆਫ ਮੋਰ ਦੈਨ ਵਨ ਟਾਈਪ ਆਫ ਸੈੱਲ। ਇਹਦੇ ਵਿੱਚ ਇੱਕ ਤੋਂ ਜ਼ਿਆਦਾ ਜਿਹੜੇ ਸੈੱਲ ਮਿਲ ਕੇ ਫਿਰ ਕੰਪਲੈਕਸ ਟਿਸ਼ੂ ਬਣਦੇ ਨੇ, ਯਾਨੀ ਗੁੰਝਲਦਾਰ ਟਿਸ਼ੂ ਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਚ। ਨੈਕਸਟ ਪੁਆਇੰਟ ਹੈ the cells of simple tissue perform similar function। ਕਹਿੰਦਾ ਸਰਲ ਟਿਸ਼ੂ ਦੇ ਜਿਹੜੇ ਸੈੱਲ ਇੱਕੋ ਜਿਹੇ ਕਾਰਜ ਕਰਦੇ ਨੇ, ਐਂਡ ਕੰਪਲੈਕਸ ਜਿਹੜੇ ਹੁੰਦੇ ਆ the cells of complex tissue may perform different function, ਇਹ different function ਕਰਦੇ ਆ। ਨੈਕਸਟ ਜਿਹੜਾ ਹੈਗਾ example of simple tissue are collenchyma, parenchyma and sclerenchyma। ਕੰਪਲੈਕਸ ਟਿਸ਼ੂ ਦੇ ਵਿੱਚ ਹੋ ਜਾਣਗੇ ਆਪਣੇ ਕੋਲ xylem and phloem। ਨੈਕਸਟ ਇੰਪੋਰਟੈਂਟ ਆਪਣੇ ਕੋਲ different between parenchyma, collenchyma and sclerenchyma ਦਾ ਵਿੱਚ ਅੰਤਰ ਦੱਸਣਾ ਸੀ। parenchyma ਦੇ ਵਿੱਚ ਜਿਹੜੀ ਸੈੱਲ ਹੁੰਦੀ ਹੈ ਇਹ ਥਿਨ ਹੁੰਦੀ ਹੈ, collenchyma ਦੇ ਵਿੱਚ ਥਿਕ ਯਾਨੀ ਮੋਟੀ ਹੁੰਦੀ ਹੈ। ਸਕੈਲਰਨਕਾਈਮ ਦਾ ਵਿੱਚ ਸੈੱਲ ਵਾਲ ਇਜ਼ ਵੈਰੀ ਥਿਕ ਆਲਸੋ ਹਾਰਡ ਐਂਡ ਰਿਜਿਡ। ਸਕੈਲਰਨਕਾਈਮ ਦਾ ਕੀ ਹੁੰਦਾ, ਜਿਹੜੀ ਸੈੱਲ ਦੀ ਭਿੱਤੀ ਹੁੰਦੀ ਹੈ, ਕੰਧ ਹੁੰਦੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਬਹੁਤ ਮੋਟੀ ਅਤੇ ਸਖਤ ਹੁੰਦੀ ਹੈ। ਨੈਕਸਟ ਪੁਆਇੰਟ ਆਪਣੇ ਕੋਲ ਡਿਫਰੈਂਟ ਬਿਟਵੀਨ ਸਟ੍ਰਾਈਏਟਡ ਮਸਲਸ, ਅਨਸਟ੍ਰਾਈਏਟਡ ਐਂਡ ਕਾਰਡਿਕ ਮਸਲਸ, ਯਾਨੀ ਧਾਰੀਦਾਰ ਪੇਸ਼ੀ, ਧਾਰੀ ਰਹਿਤ ਪੇਸ਼ੀ ਤੇ ਦਿਲ ਪੇਸ਼ੀ। ਫਸਟ ਪੁਆਇੰਟ ਆਪਣੇ ਕੋਲ ਦੇ ਆਰ ਸਿਲੰਡਰੀਕਲ ਇਨ ਸ਼ੇਪ ਐਂਡ ਮਲਟੀ ਨਿਊਕਲੀਏਟ। ਕਹਿੰਦੇ ਸਟ੍ਰੇਟਡ ਮਸਲਸ ਹੁੰਦੇ ਆ ਇਹ ਸਿਲੰਡਰੀਕਲ ਸ਼ੇਪ ਦੇ ਵਿੱਚ ਹੁੰਦੇ ਆ, ਤੇ ਮਲਟੀ ਨਿਊਕਲੀਏਟ ਮੀਨਸ ਬਹੁ ਕੇਂਦਰਕ ਹੁੰਦੇ ਨੇ। ਅਨਸਟੇਰੀਏਟਡ ਦੇ ਸਪਾਈਨਲ ਸ਼ੇਪਡ, ਕਹਿੰਦੇ ਜਿਹੜੇ ਇਹਨਾਂ ਦੀ ਸ਼ੇਪ ਹੈ ਇਹ ਲੰਬੇ ਤੇ ਤਿੱਖੀ ਹੁੰਦੀ ਹੈ, ਐਂਡ ਯੂਨੀਨਿਊਕਲੀਏਟ ਤੇ ਇਹ ਇੱਕ ਕੇਂਦਰਕ ਵਾਲੇ ਹੁੰਦੇ ਆ। ਕਾਰਡਿਕ ਮਸਲ ਦੇ ਵਿੱਚ ਦੇ ਆਰ ਸਿਲੰਡਰੀਕਲ, branched and uninucleate। next straight muscle ਦੇ ਵਿੱਚ ਕੀ ਹੁੰਦਾ, ਦਾ ਸੈਕਿੰਡ ਪੁਆਇੰਟ they are present in body parts such as hands and legs। ਕਹਿੰਦਾ ਸਰੀਰ ਦੇ ਵੱਖ-ਵੱਖ ਹਿੱਸੇ ਜਿਵੇਂ ਹੱਥ, ਲੱਤਾਂ ਆਦਿ ਵਿੱਚ ਮੌਜੂਦ ਹੁੰਦੇ ਨੇ। ਅਨਸਟੇਟਡ ਦੇ ਵਿੱਚ ਕੀ ਹੁੰਦਾ ਹੈ, they are present in the wall of food, canal, stomach, mouth, iris etc। ਕਹਿੰਦਾ ਇਹ ਜਿਹੜੇ ਹੁੰਦੇ ਨੇ ਸਰੀਰ ਦੇ ਕੁਝ ਹਿੱਸੇ ਜਿਵੇਂ ਮੈਦਾ, ਮੂੰਹ, ਆਇਰਸ ਅਤੇ ਭੋਜਨ ਨਲੀ ਦੀਆਂ ਕੰਧਾਂ ਦੇ ਵਿੱਚ ਹੁੰਦੇ ਨੇ। ਕਾਰਡਿਕ ਮਸਲ ਕੀ ਹੁੰਦੇ ਆ, ਦੇ ਆਰ ਪ੍ਰੈਜ਼ੈਂਟ ਇਨ ਹਾਰਟ, ਇਹ ਜਿਹੜੇ ਨੇ ਦਿਲ ਦੇ ਵਿੱਚ ਮੌਜੂਦ ਹੁੰਦੇ ਨੇ। ਨੈਕਸਟ ਹੈ ਜੀ ਆਪਣੇ ਕੋਲ ਡਰਾ ਲੇਬਲ ਡਾਇਗਰਾਮ ਆਫ ਅ ਨਿਊਰੋਨ। ਨਿਊਰੋਨ ਦਾ ਜਿਹੜਾ ਅਸੀਂ ਡਾਇਗਰਾਮ ਜਿਹੜੀ ਬਣਾਉਣੀ ਹੈ, ਇਹ ਨਿਊਰੋਨ ਦੀ ਡਾਇਗਰਾਮ ਹੈ, ਤੁਸੀਂ ਇਹਨੂੰ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ, ਤਾਂ ਇਹਨੂੰ ਉੱਥੇ ਅਸੀਂ ਡਰਾ ਕਰਨ ਦੀ ਵੀ ਕੁਐਸਚਨ ਜਿਹੜਾ ਤੁਹਾਨੂੰ ਆ ਸਕਦਾ। ਸੋ ਇਹ ਸੀ ਸਾਡੇ ਕੋਲ ਸਾਇੰਸ ਦਾ ਇੰਪੋਰਟੈਂਟ ਕੁਐਸਚਨ ਆਨਸਰ। ਸੋ ਜਲਦੀ ਮਿਲਾਂਗੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਸਬਜੈਕਟ ਦੇ ਇੰਪੋਰਟੈਂਟ ਕੁਐਸਚਨ ਦੇ ਨਾਲ। ਜੁੜੇ ਰਹੋ ਜੀ ਫਿਰ ਜਸਟ ਦੇ ਨਾਲ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ